ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਕਿਸੇ ਜੰਗਲ ਵਿੱਚ ਇੱਕ ਸ਼ਿਕਾਰੀ ਰਹਿੰਦਾ ਸੀ। ਉਹ ਰੋਜ਼ ਤੋਤੇ ਫੜ ਕੇ ਸ਼ਹਿਰ ਵਿੱਚ ਜਾ ਕੇ ਵੇਚਿਆ ਕਰਦਾ ਸੀ। ਇਸ ਤਰ੍ਹਾਂ ਤੋਤੇ ਵੇਚ ਕੇ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਿਆ ਕਰਦਾ ਸੀ। ਇੱਕ ਦਿਨ ਜਦੋਂ ਤੋਤੇ ਪਕੜ ਕੇ ਵੇਚਣ ਜਾ ਰਿਹਾ ਸੀ, ਰਸਤੇ ਵਿੱਚ ਉਹਨੂੰ ਇੱਕ ਸੰਤ ਜੀ ਮਿਲੇ। ਸੰਤ ਜੀ ਨੇ ਸ਼ਿਕਾਰੀ ਵੱਲ ਵੇਖਿਆ। ਸ਼ਿਕਾਰੀ ਵੱਲ ਵੇਖ ਕੇ ਉਹਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, ਤੂੰ ਬੇਜ਼ੁਬਾਨ ਪੰਛੀ ਨੂੰ ਕੈਦ ਕਰਕੇ ਤੂੰ ਕਿਉਂ ਪਾਪ ਕਮਾ ਰਿਹਾ? ਇਹ ਤਾਂ ਦੁਨੀਆ ਨੂੰ ਪਿਆਰ ਵੰਡਦੇ ਨੇ, ਕੁਦਰਤ ਦਾ ਇੱਕ ਅਨਮੋਲ ਜੋ ਉਪਹਾਰ ਨੇ, ਤੋਹਫਾ ਨੇ। ਸੰਤ ਜੀ ਨੇ ਹੋਰ ਵੀ ਕਈ ਗੱਲਾਂ ਨਾਲ ਉਹਨੂੰ ਸਮਝਾਇਆ। ਸੰਤ ਜੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਸ਼ਿਕਾਰੀ ਹੱਥ ਜੋੜ ਕੇ ਬੋਲਿਆ, ਮਹਾਰਾਜ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੈਂ ਹਰ ਰੋਜ਼ ਪਾਪ ਕਮਾਉਂਦਾ, ਪਰ ਮੈਂ ਹੋਰ ਕੋਈ ਕੰਮ ਕਰਨਾ ਵੀ ਨਹੀਂ ਜਾਣਦਾ, ਮੈਨੂੰ ਹੋਰ ਕੁਝ ਵੀ ਨਹੀਂ ਆਉਂਦਾ ਹੈਗਾ। ਸੋ ਤੋਤੇ ਪਕੜਨ ਨਾਲ ਹੀ ਮੇਰੇ ਪਰਿਵਾਰ ਦਾ ਗੁਜ਼ਾਰਾ ਚੱਲਦਾ। ਇਸ ਲਈ ਇਹ ਕੰਮ ਮੈਂ ਚਾਹ ਕੇ ਵੀ ਨਹੀਂ ਛੱਡ ਸਕਦਾ, ਮੇਰਾ ਪਰਿਵਾਰ ਭੁੱਖਾ ਰਹੂਗਾ। ਪਰ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਸਕੂਨ ਮਿਲਿਆ, ਮੈਨੂੰ ਬਹੁਤ ਰਾਹਤ ਮਿਲੀ ਹੈ। ਮੈਂ ਤੁਹਾਨੂੰ ਕੁਝ ਭੇਟਾ ਕਰਨਾ ਚਾਹੁੰਦਾ। ਕੁਝ ਸੋਚ ਕੇ ਸ਼ਿਕਾਰੀ ਅੱਗੇ ਬੋਲਿਆ, ਮੇਰੇ ਕੋਲ ਤੁਹਾਨੂੰ ਦੇਣ ਲਈ ਹੋਰ ਕੁਝ ਨਹੀਂ ਹੈਗਾ, ਬਸ ਇਹ 2 ਤੋਤੇ ਹੀ ਹਨ ਜਿਨ੍ਹਾਂ ਨੂੰ ਵੇਚਣ ਲਈ ਅੱਜ ਮੈਂ ਫੜਿਆ। ਇਹਨਾਂ ਵਿੱਚੋਂ ਇੱਕ ਤੋਤਾ ਮੈਂ ਆਪ ਜੀ ਨੂੰ ਦੇਣਾ ਚਾਹੁੰਦਾ ਅਤੇ ਦੂਜੇ ਨੂੰ ਵੇਚ ਕੇ ਮੈਂ ਅੱਜ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਲਵਾਂਗਾ। ਕਿਰਪਾ ਕਰਕੇ ਇਹ ਤੋਤਾ ਭੇਟ ਸਰੂਪ ਗ੍ਰਹਿਣ ਕਰੋ। ਸੰਤ ਜੀ ਉਸ ਤੋਂ ਤੋਤਾ ਨਹੀਂ ਸੀ ਲੈਣਾ ਚਾਹੁੰਦੇ, ਪਰ ਕਿਉਂਕਿ ਸ਼ਿਕਾਰੀ ਬਹੁਤ ਭਾਵਨਾ ਨਾਲ ਗੱਲ ਕਰ ਰਿਹਾ ਸੀ, ਇਸ ਲਈ ਸੰਤ ਜੀ ਨੇ ਇਨਕਾਰ ਨਾ ਕਰ ਸਕੇ। ਉਹ ਤੋਤਾ ਲੈ ਲਿਆ। ਜਦੋਂ ਸੰਤ ਜੀ ਤੋਤਾ ਲੈ ਕੇ ਆਪਣੀ ਕੁਟੀਆ ਵਿੱਚ ਪਹੁੰਚੇ, ਉਹਨਾਂ ਨੇ ਸੋਚਿਆ, ਇਸ ਤੋਤੇ ਦਾ ਹੁਣ ਮੈਂ ਕੀ ਕਰਾਂ? ਅਗਲੇ ਹੀ ਪਲ ਉਹਨਾਂ ਸੋਚਿਆ, ਕਿਉਂ ਨਾ ਮੈਂ ਇਹਨੂੰ ਉਡਾ ਦੇਵਾਂ। ਇਸ ਤਰ੍ਹਾਂ ਇਸ ਨੂੰ ਮੁਕਤੀ ਮਿਲ ਜਾਵੇਗੀ, ਇਹ ਆਜ਼ਾਦ ਹੋ ਜਾਵੇਗਾ। ਪਰ ਜਿਵੇਂ ਹੀ ਉਹ ਤੋਤੇ ਨੂੰ ਉਡਾਉਣ ਲੱਗੇ, ਉਹਨਾਂ ਦੇ ਮਨ ਵਿੱਚ ਇੱਕ ਖਿਆਲ ਆਇਆ ਕਿ ਹੁਣ ਤਾਂ ਮੈਂ ਇਸ ਨੂੰ ਉਡਾ ਦੇਵਾਂਗਾ, ਪਰ ਇਹ ਆਜ਼ਾਦ ਹੋ ਜਾਵੇਗਾ। ਪਰ ਕੱਲ੍ਹ ਫਿਰ ਉਹ ਸ਼ਿਕਾਰੀ ਆਵੇਗਾ, ਇਹਨੂੰ ਫੜ ਲਵੇਗਾ, ਗੁਲਾਮ ਬਣਾ ਦੇਵੇਗਾ। ਉਹ ਨਹੀਂ ਚਾਹੁੰਦੇ ਸਨ ਕਿ ਤੋਤਾ ਫਿਰ ਗੁਲਾਮ ਬਣੇ। ਇਸ ਲਈ ਮਹਾਤਮਾ ਨੇ ਤੋਤੇ ਨੂੰ ਕੁਝ ਸਿਖਾਉਣ ਦਾ ਫੈਸਲਾ ਕੀਤਾ। ਉਹਨਾਂ ਨੇ ਤੋਤੇ ਨੂੰ ਸਮਝਾਉਂਦੇ ਹੋਏ ਕਿਹਾ, ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਚੋਗਾ ਪਾਏਗਾ, ਫਸਣਾ ਨਹੀਂ। ਸੰਤ ਜੀ ਨੇ ਫਿਰ ਕਿਹਾ, ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਚੋਗਾ ਪਾਏਗਾ, ਫਸਣਾ ਨਹੀਂ। ਤੋਤਾ ਵੀ ਸੰਤ ਜੀ ਦੇ ਪਿੱਛੇ ਪਿੱਛੇ ਬੋਲਣ ਲੱਗ ਪਿਆ। ਉਹ ਉਵੇਂ ਹੀ ਬੋਲਦਾ ਜਾਏ। ਜਦੋਂ ਤੋਤਾ ਚੰਗੀ ਤਰ੍ਹਾਂ ਬੋਲਣ ਲੱਗ ਪਿਆ, ਸੰਤ ਜੀ ਨੇ ਉਸ ਨੂੰ ਉਡਾ ਦਿੱਤਾ। ਉਹ ਤੋਤਾ ਉੱਡ ਰਿਹਾ ਅਤੇ ਉੱਚੀ ਉੱਚੀ ਬੋਲ ਰਿਹਾ, ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਚੋਗਾ ਪਾਏਗਾ, ਫਸਣਾ ਨਹੀਂ। ਉੱਡਦੇ ਉੱਡਦੇ ਉਸ ਦਰਖਤ ਉੱਪਰ ਪਹੁੰਚ ਗਿਆ ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਸ ਦਰਖਤ ਉੱਪਰ ਹੋਰ ਵੀ ਬਹੁਤ ਸਾਰੇ ਤੋਤੇ ਬੈਠੇ ਸਨ। ਉੱਥੇ ਬੈਠ ਕੇ ਤੋਤਾ ਉੱਚੀ ਉੱਚੀ ਬੋਲਣ ਲੱਗ ਪਿਆ। ਉਹਨੇ ਉਵੇਂ ਹੀ ਬੋਲਿਆ ਕਿ ਚੋਗਾ ਪਾਏ, ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਚੋਗਾ ਪਾਏਗਾ, ਫਸਣਾ ਨਹੀਂ। ਉਸ ਨੂੰ ਵੇਖ ਕੇ ਬਾਕੀ ਸਾਰੇ ਵੀ ਤੋਤੇ ਬੋਲਣ ਲੱਗ ਪਏ। ਅਗਲੇ ਦਿਨ ਸ਼ਿਕਾਰੀ ਫਿਰ ਤੋਤੇ ਪਕੜਨ ਲਈ ਆਇਆ। ਉਸਨੇ ਦੂਰ ਤੋਂ ਹੀ ਸੁਣ ਲਿਆ ਕਿ ਸਾਰੇ ਤੋਤੇ ਉੱਚੀ ਉੱਚੀ ਬੋਲ ਰਹੇ ਨੇ। ਉਹ ਮੇਰੇ ਬਾਰੇ ਕਿਵੇਂ ਜਾਣਦੇ ਨੇ ਕਿ ਸ਼ਿਕਾਰੀ ਆਏਗਾ, ਉਹ ਜਾਲ ਵਿਛਾਏਗਾ, ਚੋਗਾ ਪਾਏਗਾ, ਫਸਣਾ ਨਹੀਂ। ਉਹਨਾਂ ਨੂੰ ਇਸ ਤਰ੍ਹਾਂ ਬੋਲਦੇ ਹੋਏ ਸੁਣ ਕੇ ਸ਼ਿਕਾਰੀ ਦੇ ਪੈਰਾਂ ਦੀ ਜ਼ਮੀਨ ਖਿਸਕੀ। ਉਹ ਹੈਰਾਨ ਸੀ ਕਿ ਤੋਤੇ ਅੱਜ ਇੰਨੇ ਸਮਝਦਾਰ ਕਿਵੇਂ ਹੋ ਗਏ। ਪਰ ਅਚਾਨਕ ਹੀ ਉਸਨੂੰ ਉਹ ਤੋਤਾ ਵੀ ਉੱਥੇ ਹੀ ਬੈਠਿਆ ਨਜ਼ਰ ਆਇਆ ਜਿਸ ਨੂੰ ਉਸਨੇ ਕੱਲ੍ਹ ਸੰਤ ਜੀ ਨੂੰ ਭੇਟ ਕੀਤਾ ਸੀ। ਉਸ ਨੂੰ ਸਮਝਣ ਲੱਗਿਆ ਦੇਰ ਨਾ ਲੱਗੀ ਕਿ ਇਹ ਸਭ ਕੀਤਾ ਕਰਾਇਆ ਸੰਤ ਜੀ ਦੇ। ਉਹ ਗੁੱਸੇ ਨਾਲ ਭਰਿਆ ਗਿਆ। ਸੰਤ ਜੀ ਨੂੰ ਲੱਭਦੇ ਲੱਭਦੇ ਉਹਨਾਂ ਦੀ ਕੁਟੀਆ 'ਤੇ ਆ ਗਿਆ। ਉਹਨੇ ਸੰਤ ਜੀ ਨੂੰ ਉੱਚੀ ਆਵਾਜ਼ ਦੇ ਕੇ ਬੁਲਾਇਆ। ਸੰਤ ਜੀ ਕੁਟੀਆ ਤੋਂ ਬਾਹਰ ਆਏ। ਉਹਨਾਂ ਦੇ ਬਾਹਰ ਆਉਣ ਨਾਲ ਹੀ ਸ਼ਿਕਾਰੀ ਨੇ ਕਿਹਾ, ਤੁਸੀਂ ਤਾਂ ਮੇਰਾ ਜੀਵਨ ਹੀ ਬਰਬਾਦ ਕਰਤਾ। ਮੈਂ ਸ਼ਰਧਾ ਨਾਲ ਤੁਹਾਨੂੰ ਭੇਟਾ ਕੀਤਾ ਸੀ, ਪਰ ਮੈਂ ਨਹੀਂ ਸੀ ਜਾਣਦਾ ਕਿ ਤੁਸੀਂ ਤਾਂ ਮੇਰੇ ਪੇਟ 'ਤੇ ਹੀ ਲੱਤ ਮਾਰ ਦੇਵੋਗੇ, ਮੇਰੇ ਪਰਿਵਾਰ ਨੂੰ ਭੁੱਖਾ ਮਰਨ ਲਈ ਮਜਬੂਰ ਕਰ ਦੇਵੋਗੇ। ਇਸ ਤਰ੍ਹਾਂ ਸ਼ਿਕਾਰੀ ਉੱਚੀ ਉੱਚੀ ਬੋਲ ਰਿਹਾ ਸੀ ਅਤੇ ਮਹਾਤਮਾ ਜੀ ਨੂੰ ਬੁਰਾ ਭਲਾ ਕਹਿ ਰਿਹਾ ਸੀ। ਜਦੋਂ ਉਹ ਸ਼ਿਕਾਰੀ ਕੁਝ ਰੁਕਿਆ
ਤਾਂ ਸੰਤ ਜੀ ਨੇ ਕਿਹਾ, ਮੈਂ ਤੁਹਾਡਾ ਕੁਝ ਨਹੀਂ ਵਿਗਾੜਿਆ, ਮੈਂ ਕੀ ਕੀਤਾ? ਸ਼ਿਕਾਰੀ ਨੇ ਸਾਰੀ ਗੱਲ ਮਹਾਤਮਾ ਜੀ ਨੂੰ ਦੱਸੀ। ਉਹ ਜੋ ਸੰਤ ਜੀ ਸਮਝ ਗਏ ਕਿ ਸ਼ਿਕਾਰੀ ਨਾਲ ਕੀ ਹੋਇਆ। ਉਹਨਾਂ ਕਿਹਾ, ਅੱਛਾ ਇਹ ਗੱਲ ਹੈ। ਸੰਤ ਜੀ ਨੇ ਅੱਗੇ ਪੁੱਛਿਆ, ਜਦੋਂ ਤੂੰ ਸੁਣਿਆ ਤੋਤੇ ਕੁਝ ਬੋਲ ਰਹੇ ਸੀ, ਫਿਰ ਤੂੰ ਕੁਝ ਕੀਤਾ? ਸ਼ਿਕਾਰੀ ਨੇ ਕਿਹਾ, ਮਹਾਰਾਜ ਕਿਵੇਂ ਦੀ ਗੱਲ ਕਰਦੇ ਹੋ? ਹੁਣ ਜਦੋਂ ਉਹਨਾਂ ਨੂੰ ਮੇਰਾ ਸਾਰਾ ਭੇਦ ਪਤਾ ਲੱਗ ਗਿਆ ਹੈ, ਮੈਂ ਕੀ ਕਰ ਸਕਦਾ? ਮੈਂ ਆਪਣਾ ਜਾਲ ਅਤੇ ਸਮਾਨ ਉੱਥੇ ਹੀ ਸੁੱਟ ਤੁਹਾਨੂੰ ਲੱਭਣ ਆ ਗਿਆ ਵਾਂ। ਸੰਤ ਜੀ ਨੇ ਕਿਹਾ, ਕੋਈ ਗੱਲ ਨਹੀਂ, ਤੂੰ ਫਿਰ ਜਾ, ਆਪਣਾ ਕੰਮ ਕਰ। ਸ਼ਿਕਾਰੀ ਨੇ ਫਿਰ ਕਿਹਾ, ਮਹਾਰਾਜ ਜੋ ਸੀ ਵੀ ਤੋਤਿਆਂ ਨੂੰ ਸਭ ਪਤਾ ਹੈ, ਹੁਣ ਮੇਰੇ ਕਿਹੜੇ ਕੰਮ ਦੇ ਨੇ ਇਹ ਸਭ? ਇਹਨਾਂ ਸਭ ਦਾ ਮੇਰੇ ਲਈ ਕੀ ਅਰਥ ਹੈ? ਸੰਤ ਜੀ ਉਸ ਨੂੰ ਫਿਰ ਜ਼ੋਰ ਦੇ ਕੇ ਕਿਹਾ, ਮੈਂ ਤੈਨੂੰ ਕਹਿ ਰਿਹਾ ਨਾ, ਤੂੰ ਆਪਣਾ ਕੰਮ ਕਰ। ਸੰਤ ਜੀ ਦੇ ਵਾਰ-ਵਾਰ ਭਰੋਸਾ ਦੇਣ ਨਾਲ ਉਹ ਸ਼ਿਕਾਰੀ ਉੱਥੇ ਚਲਾ ਗਿਆ ਤੋਤੇ ਫੜਨ ਲਈ। ਤੋਤਿਆਂ ਨੇ ਦੂਰ ਸ਼ਿਕਾਰੀ ਨੂੰ ਆਉਂਦੇ ਹੋਏ ਵੇਖਿਆ। ਅਜੇ ਵੀ ਉਹ ਇੱਕ ਦੂਜੇ ਵੱਲ ਉੱਚੀ ਉੱਚੀ ਬੋਲੀ ਜਾ ਰਹੇ ਸਨ। ਉਹ ਉਹੀ ਲਾਈਨ ਨੂੰ ਰੱਟੀ ਜਾ ਰਹੇ ਸਨ। ਉਹਨਾਂ ਆਪਣਾ ਜਾਲ ਵਿਛਾਇਆ, ਜਾਲ ਉੱਤੇ ਦਾਣਾ ਪਾਇਆ ਅਤੇ ਲੁਕ ਕੇ ਇੱਕ ਪਾਸੇ ਬਹਿ ਗਿਆ ਜਿੱਥੇ ਉਹ ਪਹਿਲਾਂ ਹੀ ਬੈਠਦਾ ਸੀ। ਸ਼ਿਕਾਰੀ ਨੂੰ ਜਾਲ ਵਿਛਾਉਂਦੇ ਹੋਏ, ਸਾਰਾ ਕੰਮ ਕਰਦੇ ਹੋਏ ਤੋਤੇ ਵੇਖ ਰਹੇ ਸਨ ਅਤੇ ਬੋਲ ਰਹੇ ਸਨ ਕਿ ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਚੋਗਾ ਪਾਏਗਾ, ਫਸਣਾ ਨਹੀਂ। ਜਦੋਂ ਹੁਣ ਸ਼ਿਕਾਰੀ ਇੱਕ ਪਾਸੇ ਲੁਕ ਗਿਆ, ਸਾਰੇ ਤੋਤੇ ਆ ਕੇ ਦਾਣਾ ਚੁਗਣ ਲੱਗ ਪਏ। ਦਾਣਾ ਚੁਗਦੇ ਹੋਏ ਵੀ ਬੋਲੀ ਜਾ ਰਹੇ ਸੀ, ਸ਼ਿਕਾਰੀ ਆਏਗਾ, ਜਾਲ ਵਿਛਾਏਗਾ। ਥੋੜ੍ਹੀ ਦੇਰ ਬਾਅਦ ਜਦੋਂ ਦਾਣਾ ਚੁਗ ਲਿਆ, ਉਹ ਉੱਡਣ ਦੀ ਤਿਆਰੀ ਕੀਤੀ ਪਰ ਉੱਡ ਨਹੀਂ ਪਾਏ ਅਤੇ ਜਾਲ ਵਿੱਚ ਫਸ ਗਏ। ਜਾਲ ਵਿੱਚ ਫਸੇ ਹੋਏ ਬੋਲ ਰਹੇ ਸਨ ਕਿ ਇਹ ਸਭ ਕੁਝ ਹੋਏਗਾ। ਉਸਨੇ ਜਾਲ ਚੁੱਕਿਆ, ਸਾਰੇ ਤੋਤਿਆਂ ਨੂੰ ਵੇਚਣ ਲਈ ਸ਼ਹਿਰ ਵਿੱਚ ਤੁਰ ਪਿਆ। ਜਦੋਂ ਸ਼ਹਿਰ ਵੱਲ ਜਾ ਰਿਹਾ ਸੀ, ਉਸ ਸਮੇਂ ਤੋਤੇ ਜਾਲ ਵਿੱਚ ਵੀ ਫਸੇ ਉਹੀ ਲਾਈਨ ਰੱਟ ਰਹੇ ਸੀ। ਅੱਜ ਅਸੀਂ ਵੀ ਚੀਜ਼ਾਂ ਰੱਟਦੇ ਹਾਂ, ਸਮਝਦੇ ਨਹੀਂ। ਜੇ ਅਸੀਂ ਗੱਲਾਂ ਦਾ ਸਹੀ ਅਰਥ ਸਮਝ ਕੇ ਉਹਨਾਂ 'ਤੇ ਅਮਲ ਕਰੀਏ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ, ਤਾਂ ਅਸੀਂ ਆਪਣੇ ਜੀਵਨ ਵਿੱਚ ਨਿਸ਼ਚਿਤ ਹੀ ਸੁਨਹਿਰਾ ਬਦਲਾਵ ਲੈ ਕੇ ਆ ਸਕਦੇ ਹਾਂ। ਜਿਵੇਂ ਕਿ ਉਸ ਤੋਤੇ ਨੇ ਸਿਰਫ ਗੱਲ ਸੁਣੀ ਅਤੇ ਰੱਟ ਲਿਆ, ਉਸ ਦਾ ਅਰਥ ਸਮਝ ਲੈਂਦਾ ਤਾਂ ਸੰਤ ਜੀ ਨੇ ਜੋ ਵੀ ਸਮਝਾਇਆ ਸੀ ਉਹ ਆਪਣੀ ਜ਼ਿੰਦਗੀ ਵੀ ਬਚਾ ਸਕਦਾ ਸੀ ਅਤੇ ਹੋਰਾਂ ਤੋਤਿਆਂ ਨੂੰ ਵੀ ਗੁਲਾਮ ਹੋਣ ਤੋਂ ਬਚਾ ਸਕਦਾ ਸੀ। ਅੱਜ ਆਪਾਂ ਵੀ ਆਪਣੇ ਜੀਵਨ ਵਿੱਚ ਇਹੀ ਕਰਦੇ ਹਾਂ। ਆਪਾਂ ਕੀ ਕਹਿੰਦੇ ਹਾਂ, ਜੇ ਅਸੀਂ ਗੁਰਬਾਣੀ ਪੜ੍ਹਦੇ ਹਾਂ, ਅਸੀਂ ਇੰਝ ਕਰਦੇ ਹਾਂ, ਪਰ ਆਪਾਂ ਉਹ ਗੁਰਬਾਣੀ ਨੂੰ ਪੜ੍ਹ ਕੇ ਉਹਦੇ 'ਤੇ ਵਿਚਾਰ ਕਰਕੇ ਆਪਣੇ ਜੀਵਨ ਵਿੱਚ ਕਿੰਨਾ ਕੁ ਲੈ ਕੇ ਆ ਰਹੇ ਹਾਂ, ਇਹ ਚੀਜ਼ ਸਭ ਤੋਂ ਉੱਪਰ ਆ। ਜਿੰਨਾ ਚਿਰ ਆਪਾਂ ਆਪਣੀ ਜ਼ਿੰਦਗੀ ਵਿੱਚ ਉਸ ਨੂੰ ਗੁਰਬਾਣੀ ਨੂੰ ਸ਼ਾਮਿਲ ਨਹੀਂ ਨਾ ਕਰਦੇ, ਉਹਦੇ ਉੱਪਰ ਚੱਲਦੇ ਨਹੀਂ, ਉਹਨਾਂ ਚਿਰ ਕੋਈ ਲਾਭ ਨਹੀਂ ਹੋਣਾ। ਇਸ ਲਈ ਗੁਰਬਾਣੀ ਦੇ ਰਸਤੇ ਉੱਤੇ ਚੱਲੀਏ। ਜਦੋਂ ਉਸ ਦੇ ਉੱਪਰ ਚੱਲਣ ਲੱਗ ਗਏ, ਆਪੇ ਜ਼ਿੰਦਗੀ ਸਵਰਗ ਬਣ ਜਾਏਗੀ। ਇਹ ਜੋ ਦੁੱਖ ਨੇ, ਇਹ ਕਸ਼ਟ ਨੇ, ਇਹ ਆਪੇ ਹੀ ਦੂਰ ਹੋ ਜਾਣਗੇ। ਫਿਰ ਆਓ ਮਿਲ ਕੇ ਗੁਰਬਾਣੀ ਦੇ ਲੜ ਲੱਗੀਏ।